बिस्मिल्लाहिर्रहमानिर्रहीम। अस्सलामुअलैकुम वरहमतुल्लाहि वबरकातुहू। की हाल चाल है जी? ठीक ठाक हो? उम्मीद अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं दस्सांगा कि लाहौर समनाबाद दा इलाका आ, उत्थे ते शेख शौकत जवेद साहब ने उन्हां दी एक बेटी अनिका बड़ी खूबसूरत आ। 2020 दे विच उहदी शादी हुई सी ते ਉਹ जुनेद नामी लड़के नाल शादी हुई सी। जुनेद नामी लड़का जिहड़ा गंज बाजार मुगलपुरे दा रहण वाला, उत्थे उहदी शादी हुंदी आ ते आस्ता आस्ता अल्लाह ने इन्हां नूं फिर एक पहली बेटी अता की, फिर दूसरी बेटी भी हो गई। एक बेटी 2.5 साल दी, दूसरी बेटी 1.25 साल दी। लेकिन इन्हां दे दरम्यान इख्तलाफात जदों शुरू हो गए, जुनेद नूं पता लगा कि पहलों भी ये तलाक याफ्ता सी ते जुनेद ने फिर उन्हों मार दिता। और किस तरह मारिया उसकी सारी तफसीलात इस अज की वीडियो दे विच मैं तुहानूं दस्सांगा। लो जी, चैनल ते नवें तो चैनल नूं सबसक्राइब, लाइक और शेयर जरूर कर देना और नाल नाल घंटी दे बटन जरूर दब देना ताकि जदों मेरी नवीं वीडियो अपलोड होवे उहदा नोटिफिकेशन तुहाडे तक पहुंच सके। इस तरह तुसीं मेरे नाल जुड़े रह सकते हो। बड़ी मेहरबानी। ये जुनेद जिहड़ा इहदी शादी 2020 दे विच अनिका दे नाल हुई सी ते ये अनिका पहला तलाक याफ्ता सी। जदों इहदी शादी जुनेद दे नाल कीती, शेख शौकत जवेद इन्हां ने दस्सिया नहीं सी भी इहदी तलाक हुई आ। ਉਹ ਜ਼ਾਹਰ ਆ ਜਦੋਂ ਇੱਕ ਬੱਚੀ ਦੀ ਤਲਾਕ ਹੋਈ ਹੋਵੇ ਫਿਰ ਆਸਤਾ ਆਸਤਾ ਖਬਰ ਜਿਹੜੀ ਹੈ ਨਿਕਲ ਜਾਂਦੀ ਆ। ਉਹ ਜੁਨੇਦ ਦੇ ਕੰਨਾਂ ਤੱਕ ਵੀ ਖਬਰ ਪਹੁੰਚ ਗਈ ਕਿ ਇਹਨੂੰ ਪਹਿਲਾਂ ਤਲਾਕ ਹੋਈ ਸੀ, ਸ਼ਾਦੀशुदा ਸੀ। ਬਸ ਇੱਥੋਂ ਇਖਤਲਾਫਾਤ ਆਸਤਾ ਆਸਤਾ ਵੱਧਦੇ ਜਾਂਦੇ, ਦਿਨ ਰਾਤ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ ਤੇ ਨੌਬਤ ਹਾਥਾਪਾਈ ਤੱਕ ਆ ਜਾਂਦੀ ਹੈ। ਬਸ ਫਿਰ ਮਾਰ ਕੁਟਾਈ ਦੀ ਨੌਬਤ ਵੀ ਆ ਗਈ। ਅੱਲਾ ਨੇ ਇਹਨਾਂ ਨੂੰ 2 ਬੇਟੀਆਂ ਅਤਾ ਕੀਤੀਆਂ ਹੋਈਆਂ ਸੀ, एक 2.5 साल दी सी ते एक 1.25 साल दी। ते रात नूं 9 बजे 1 दसंबर नूं कोई बंदा फोन करदा जुनेद दे सहुरे नूं, शेख शौकत जवेद नूं, कि तुहाडी बेटी नूं बड़ा मारिया जा रहा, उत्ते जुल्म तशद्दद हो रहा, रोने दीयां आवाज़ां आउंदियां, फौरी तुसीं इत्थे पहुंचो। हुण शेख शौकत जवेद जिहड़ा आ ਇਹ ਆਪਣੇ ਭਰਾ ਨਾਸਰ ਨੂੰ ਲੈ ਕੇ ਤੇ ਉੱਥੇ ਪਹੁੰਚਦਾ ਜਿੱਥੇ ਰਹਿੰਦੇ ਨੇ ਗੰਜ ਬਾਜ਼ਾਰ ਮੁਗਲਪੁਰੇ। ਉੱਥੇ ਜਿਸ ਵੇਲੇ ਪਹੁੰਚਦੇ ਨੇ ਦੇਖਦੇ ਨੇ ਘਰ, ਜਿਸ ਵੇਲੇ ਵੜਦੇ ਨੇ 3 ਮੰਜ਼ਲਾ ਘਰ ਹੁੰਦਾ ਤੇ ਥੱਲੇ ਵਾਲੀ ਮੰਜ਼ਲ ਤੇ ਦੇਖਦੇ ਨੇ ਤੇ ਇਹ ਜਿਸ ਵੇਲੇ ਪਹੁੰਚ ਕੇ ਵੇਖਦੇ ਨੇ ਕਿ ਇਹਦੀਆਂ 2 ਨਣਦਾਂ ਕਿਰਨ ਤੇ ਨਸੀਮ ਤੇ जुनेद ਇਹਨਾਂ ਨੇ ਬਾਹਾਂ ਫੜੀਆਂ ਹੋਈਆਂ ਤੇ ਇਹਦੀ ਸੱਸ ਜਿਹੜੀ ਆ ਇਸ਼ਰਤ ਪ੍ਰਵੀਨ ਉਹਨੇ ਲੱਤਾਂ ਫੜੀਆਂ ਹੋਈਆਂ। ਜਿਹੜਾ ਇਹਦਾ ਦੇਵਰ ਆ ਖੁਰਮ ਉਹਨੇ ਪੈਪ ਫੜਿਆ ਹੋਇਆ, ਪੈਪ ਦੇ ਨਾਲ ਉਹਨੂੰ ਮਾਰ ਰਿਹਾ ਤੇ ਜਿਹੜਾ ਉਹਦਾ ਸੁਸਰ ਆ ਉਹਨੂੰ ਠੁੱਡੇ ਮਾਰ ਰਿਹਾ ਤੇ ਇੱਕ ਲੜਕੀ ਨੀਲਮ ਆ ਉਹਨੇ ਗਲੇ ਦੇ ਵਿੱਚ ਦੁਪੱਟਾ ਪਾ ਕੇ ਉਹਦਾ ਗਲਾ ਘੁੱਟ ਰਹੀ ਆ। ਇਹ ਜਿਸ ਵੇਲੇ ਉੱਥੇ ਪਹੁੰਚੇ ਤੇ ਇਹਨਾਂ ਨੂੰ ਵੀ ਉਹਨਾਂ ਨੇ ਪਕੜ ਲਿਆ ਔਰ ਉਹਨਾਂ ਨੂੰ ਧੱਕੇ ਦੋਨਾਂ ਨੂੰ ਦੇ ਕੇ ਬਾਹਰ ਕੱਢ ਦਿੱਤਾ, ਧੱਕੇ ਮਾਰੇ ਇਹਨਾਂ ਨੂੰ। ਇਹ ਉੱਥੋਂ ਨਿਕਲਦੇ ਨੇ, ਫੌਰੀ ਪੁਲਿਸ ਸਟੇਸ਼ਨ ਥਾਣੇ ਪਹੁੰਚਦੇ ਨੇ। ਜਿਸ ਵੇਲੇ ਥਾਣੇ ਪਹੁੰਚਦੇ ਨੇ, ਥਾਣੇ ਵਾਲਿਆਂ ਨੂੰ ਇਸ ਸਾਰੇ ਵਾਕਿਏ ਦੀ ਸਟੋਰੀ ਸੁਣਾਉਂਦੇ ਨੇ ਵੀ ਇਸ ਤਰ੍ਹਾਂ ਸਾਡੀ ਬੇਟੀ ਦੇ ਉੱਤੇ ਜ਼ੁਲਮ ਕਰ ਰਹੇ ਨੇ, ਉਹਨੂੰ ਮਾਰ ਰਹੇ ਨੇ। ਥਾਣੇ ਵਾਲਿਆਂ ਨੇ ਫੌਰਨ ਕਿਹਾ ਕਿ ਚਲੋ ਤੁਸੀਂ ਮੌਕੇ 'ਤੇ ਉੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਤਾਂ ਬੱਚੀ ਨੂੰ ਬਚਾਉਂਦੇ ਆ। ਜਿਸ ਵੇਲੇ ਉੱਥੇ ਉਹ ਵਾਪਸ ਆਉਂਦੇ ਨੇ ਤੇ ਪੁਲਿਸ ਨੂੰ ਲੈ ਕੇ ਤੇ ਉੱਥੇ ਘਰ ਕੋਈ ਵੀ ਨਹੀਂ ਮਿਲਦਾ, ਸਾਰੇ ਤਿੱਤਰ ਬਿੱਤਰ ਹੋ ਜਾਂਦੇ ਨੇ, ਨੱਸ ਜਾਂਦੇ ਨੇ। ਉਹਨਾਂ ਨੂੰ ਪਤਾ ਹੁਣ ਥਾਣੇ ਪਹੁੰਚੇ ਨੇ, ਪੁਲਿਸ ਆਏਗੀ, ਸਾਨੂੰ ਪਕੜੇਗੀ। ਉਸ ਤੋਂ ਬਾਅਦ ਲੜਕੀ ਦਾ ਕੋਈ ਪਤਾ ਨਹੀਂ ਲੱਗਾ ਪਈ ਉਹਨੂੰ ਮਾਰ ਦਿੱਤਾ ਗਿਆ ਜਾਂ ਕੀ ਕੀਤਾ। ਪੁਲਿਸ ਬੜੀ ਪਰੇਸ਼ਾਨ ਹੋ ਗਈ। ਪੁਲਿਸ ਨੂੰ ਸਭ ਤੋਂ ਪਹਿਲਾਂ ਇਹ ਫਿਰ ਤਹਿਕੀਕਾਤ ਕਰਨੀ ਸੀ ਕਿ ਲੜਕੀ ਨੂੰ ਸਭ ਤੋਂ ਪਹਿਲਾਂ ਜ਼ਿੰਦਾ ਜਾਂ ਮੁਰਦਾ ਬਰਾਮਦ ਕਰੀਏ, ਇਹਨੂੰ ਮੁਲਜ਼ਮਾਂ ਨੂੰ ਫੜੀਏ। ਤੇ ਜਿਸ ਵੇਲੇ DIG ਆਪਰੇਸ਼ਨ ਫੈਸਲ ਕਾਮਰਾਨ ਸਾਹਿਬ ਨੂੰ ਇਸ ਸਾਰੇ ਵਾਕਿਏ ਦਾ ਪਤਾ ਲੱਗਦਾ, ਉਹ ਫੌਰੀ ਹੁਕਮਨਾਮਾ ਜਾਰੀ ਕਰਦੇ ਨੇ ਥਾਣੇ ਵਾਲਿਆਂ ਨੂੰ ਕਿ ਲੜਕੀ ਨੂੰ ਜ਼ਿੰਦਾ ਜਾਂ ਮੁਰਦਾ ਔਰ ਉਸ ਤੋਂ ਇਲਾਵਾ ਮੁਲਜ਼ਮਾਂ ਨੂੰ ਫੌਰੀ ਗ੍ਰਿਫਤਾਰ ਕਰੋ।
ਤੇ ਪੁਲਿਸ ਜਿਹੜੀ ਹੈ ਐਕਟਿਵ ਹੋ ਜਾਂਦੀ ਆ ਔਰ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਲਾਸ਼ ਮਿਲਦੀ ਆ। ਉਹ ਜਿਹੜੀ ਲਾਸ਼ ਸੀ ਉਹ ਪੋਸਟਮਾਰਟਮ ਉਹਦਾ ਕੀਤਾ ਗਿਆ, ਦੇਖਿਆ ਗਿਆ ਉਹ ਲਾਸ਼ ਜਿਹੜੀ ਸੀ ਅਨੀਕਾ ਦੀ ਸੀ ਤੇ ਇਸ ਤਰ੍ਹਾਂ ਉਹ ਲਾਸ਼ ਜਿਹੜੀ ਮਿਲ ਗਈ। ਫਿਰ ਪੁਲਿਸ ਨੂੰ ਜਿਸ ਵੇਲੇ DIG ਆਪਰੇਸ਼ਨ ਫੈਸਲ ਕਾਮਰਾਨ ਦੀ ਤਰਫੋਂ ਸਖਤੀ ਨਾਲ ਕਿਹਾ ਗਿਆ, ਉਹਨਾਂ ਨੇ ਫਿਰ ਜੁਨੇਦ ਨੂੰ ਪਕੜ ਲਿਆ। ਜੁਨੇਦ ਜਿਹੜਾ ਇਹਨਾਂ ਦਾ ਖਾਮਸ ਸੀ ਤੇ ਇਸ ਪਰਚੇ ਦੇ ਵਿੱਚ ਜਿਹੜਾ ਨਾਮਜ਼ਦ ਕੀਤਾ ਪਰਚਾ ਇਹ ਖੁਰਮ ਤੇ ਕਿਰਨ ਤੇ ਨਸੀਮ ਤੇ ਉਹਨਾਂ ਦੀ ਸੱਸ ਇਸ਼ਰਤ ਪਰਵੀਨ ਤੇ ਸਹੁਰੇ ਤੇ ਔਰ ਨੀਲਮ ਨੂੰ ਨਾਮਜ਼ਦ ਇਸ ਪਰਚੇ 'ਚ ਕੀਤਾ ਗਿਆ ਕਿ ਇਹਨੇ ਗਲੇ ਦੇ ਵਿੱਚ ਫੰਦਾ ਪਾਇਆ ਸੀ। ਤੇ ਇਸ ਤਰ੍ਹਾਂ ਪੁਲਿਸ ਹੁਣ ਇਸ ਵਾਕਿਏ ਦੀ ਤਹਿਕੀਕਾਤ ਕਰ ਰਹੀ ਹੈ। ਹਜੇ ਤੱਕ ਬਾਕੀ ਮੁਲਜ਼ਮਾਨ ਗ੍ਰਿਫਤਾਰ ਨਹੀਂ ਹੋਏ। ਜੋ ਹੀ ਕੋਈ ਤਾਜ਼ਾ ਖਬਰ ਜਾਂ ਅਪਡੇਟ ਆਏਗੀ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਇਹ ਅੱਜ ਦੇ ਹਾਲਾਤ ਨੇ, ਤੁਹਾਨੂੰ ਪਤਾ ਬੱਚੀਆਂ ਦੇ ਨਾਲ ਬਹੁਤ ਜ਼ੁਲਮ ਹੋ ਰਿਹਾ। ਹੁਣ ਦੇਖੋ ਉਹਨਾਂ ਨੇ ਉਹ ਅਨੀਕਾ ਨੂੰ ਤਾਂ ਮਾਰਤਾ, ਉਹਦੀਆਂ 2 ਬੇਟੀਆਂ ਵੀ ਸੀ, ਇੱਕ 2.5 ਸਾਲ ਦੀ, ਇੱਕ 1.25 ਸਾਲ ਦੀ। ਉਹਨਾਂ ਵਿਚਾਰੀਆਂ ਗਰੀਬਣੀਆਂ ਦਾ ਕੀ ਕਸੂਰ? ਉਹ ਤਾਂ ਆਪਣੀ ਮਾਂ ਤੋਂ ਅਲੱਗਾ ਹੋ ਗਈਆਂ ਨਾ, ਤੇ ਪਿਓ ਵੀ ਹੁਣ ਜੇਲ੍ਹ 'ਚ ਜਾਏਗਾ ਤੇ ਬੱਚੀਆਂ ਜਿਹੜੀਆਂ ਰੁੱਲ ਜਾਣਗੀਆਂ। ਇਸ ਤਰ੍ਹਾਂ ਦਾ ਕਦਮ ਨਹੀਂ ਉਠਾਉਣਾ ਚਾਹੀਦਾ। ਉਹਨੂੰ ਚਾਹੀਦਾ ਸੀ, ਅਗਰ ਉਹਨੂੰ ਪਤਾ ਲੱਗ ਵੀ ਗਿਆ ਸੀ ਦੂਸਰੀ ਸ਼ਾਦੀ ਹੋਈ, ਦੂਸਰਾ ਨਿਕਾਹ ਹੋਇਆ, ਇਹਦੇ 'ਚ ਕੋਈ ਹਰਜ ਨਹੀਂ ਹੈ, ਲੇਕਿਨ ਉਹ ਆਪਣੀਆਂ ਬੇਟੀਆਂ ਦੀ ਖਾਤਰ ਉਹਦੇ ਨਾਲ ਨਿਭਾ ਕਰਦਾ। ਤੇ ਉਹ ਜਿਹੜਾ ਪਰਚਾ ਨਾਮਜ਼ਦ ਕਰਾਇਆ ਗਿਆ ਉਹਦੇ ਵਿੱਚ ਉਹਦੇ ਸੁਸਰ ਦਾ ਕਹਿਣਾ ਸੀ ਕਿ ਇਹ ਸਾਰੀ ਗੱਲ ਨਹੀਂ ਹੈਗੀ ਕਿ ਇਹਨੇ ਸਿਰਫ ਦੂਸਰੀ ਸ਼ਾਦੀ ਦੀ ਵਜ੍ਹਾ ਨਾਲ ਉਹਨੂੰ ਕਤਲ ਕੀਤਾ, ਬਲਕਿ ਇਹਦੇ ਵਿੱਚ ਹੋਰ ਵੀ ਵਜੂਹਾਤ ਨੇ ਕਿ ਇਹ ਹਰ ਮਹੀਨੇ ਸਾਡੇ ਕੋਲੋਂ ਬੱਚੀ ਦੇ ਥਰੂ ਪੈਸੇ ਮੰਗਾਉਂਦਾ ਸੀ। ਇਸ ਦਫਾ ਅਸੀਂ ਬੱਚੀ ਨੂੰ ਪੈਸੇ ਨਹੀਂ ਦਿੱਤੇ, ਜਿਹਦੀ ਵਜ੍ਹਾ ਨਾਲ ਇਹ ਸਾਰੇ ਘਰ ਵਾਲੇ ਰਲ ਕੇ ਉਹਦੇ ਉੱਤੇ ਤਸ਼ੱਦਦ ਕਰਦੇ ਸੀ, ਉਹਨੂੰ ਮਾਰ ਰਹੇ ਸੀ। ਇਸ ਵਜ੍ਹਾ ਦੇ ਨਾਲ ਇਹਨਾਂ ਨੇ ਮੇਰੀ ਬੇਟੀ ਨੂੰ ਮਾਰਿਆ। ਇਸ ਦਫਾ ਮੈਂ ਪੈਸੇ ਨਹੀਂ ਦਿੱਤੇ। ਲੋਕ ਐਡੇ ਲਾਲਚੀ ਨੇ ਕਿ ਜਦ ਤੱਕ ਉਹ ਪੈਸੇ ਲਿਆਉਂਦੀ ਰਹੀ ਉਹਦੇ ਨਾਲ ਸਹੀ ਚੱਲਦੇ ਰਹੇ। ਜਦੋਂ ਉਹਨੇ ਪੈਸੇ 1 ਮਹੀਨਾ ਨਹੀਂ ਲਿਆਂਦੇ, ਉਹਦੇ ਵਾਲਿਦ ਨੇ ਨਹੀਂ ਦਿੱਤੇ, ਹੋ ਸਕਦਾ ਉਹ ਵਿਚਾਰਾ ਤੰਗ ਹੋਵੇ, ਮਜਬੂਰ ਹੋਵੇ, ਉਹਨੇ ਨਾ ਪੈਸੇ ਦਿੱਤੇ ਹੋਣ। ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਕਿ ਉਹਨੂੰ ਮਾਰ ਹੀ ਦਿੱਤਾ। ਇੱਕ ਹੋਰ ਜ਼ਾਰਾ ਜਿਹੜੀ ਵਿਚਾਰੀ ਮਰ ਗਈ ਤੇ ਅੱਲਾਹ ਤਾਲਾ ਇਹਨਾਂ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮੁਕਾਮ ਅਤਾ ਫਰਮਾਏ ਤੇ ਪਿਛੜਿਆਂ ਨੂੰ ਸਬਰ ਜਮੀਲ ਅਤਾ ਫਰਮਾਏ। ਇਸ ਤਰ੍ਹਾਂ ਦੇ ਵਾਕਿਆਤ ਬਹੁਤ ਅੱਜ ਕੱਲ੍ਹ ਰੋਨਮਾ ਹੋ ਰਹੇ ਨੇ, ਲੱਗਦਾ ਜਿਵੇਂ ਕਿਆਮਤ ਨਜ਼ਦੀਕ ਆ ਰਹੀ ਆ ਔਰ ਵਾਕਈ ਇਸ ਤਰ੍ਹਾਂ ਮਹਿਸੂਸ ਹੋ ਰਿਹਾ। ਇਹ ਕਿਆਮਤ ਦੀਆਂ ਸਾਰੀਆਂ ਨਿਸ਼ਾਨੀਆਂ ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਅਮਾਨ 'ਚ ਰੱਖੇ। ਅਸਲਾਮੁ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹੂ।